ਪਾਵਰ ਪਰਚੇਜ਼ ਐਗਰੀਮੈਂਟਸ ਨੇ ਇਹ ਅਕਾਲੀ ਬੀਜੇਪੀ ਗਵਰਨਮੈਂਟ 'ਚ ਹੋਏ ਨੇ ਔਰ ਇਹ ਵਨ ਸਾਈਡਡ ਐਗਰੀਮੈਂਟਸ ਨੇ ਜਿਨ੍ਹਾਂ ਨੇ ਪੰਜਾਬ ਦੇ ਪੂਰੇ ਸੂਬੇ ਲਈ ਬੜੀ ਤਬਾਹੀ ਲਿਆ ਕੇ ਖੜੀ ਕਰ ਦਿੱਤੀ ਹੈ। ਉਸ ਸਮੇਂ ਦੇ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ ਜੀ ਤੇ ਸਾਡੇ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਜੀ। ਬੜੀ ਮੈਨੂੰ ਬਦਕਿਸਮਤੀ ਲੱਗਦੀ ਹੈ ਪੰਜਾਬ ਦੇ ਲੋਕਾਂ ਦੀ। ਮੈਂ ਕਹਿ ਸਕਦਾ ਜਦੋਂ ਸਾਡੇ ਵਰਗੇ ਜਿਹੇ ਲੀਡਰ ਇੱਕ ਚੰਗੀਆਂ ਪੋਸਟਾਂ ਤੇ ਬਹਿ ਕੇ ਤੇ ਬਿਆਨ ਦੇਣ ਕਿ ਜੇ ਅਸੀਂ ਇਹਦੇ 'ਚ ਕੋਈ ਗਲਤ ਕੀਤਾ ਤੇ ਸਾਨੂੰ ਫੜ ਕੇ ਅੰਦਰ ਦਿੱਤਾ ਜਾਵੇ। ਮੰਤਰੀ ਨੇ ਰਾਣਾ ਸੋਢੀ ਹੋਣੀ ਉਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਹੈ। ਦਵਿੰਦਰ ਘੁਬਾਇਆ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜਿਹੜੇ ਭ੍ਰਸ਼ਟ ਨੇ, ਕਰਪਟ ਨੇ, ਉਹਨਾਂ ਨੂੰ ਉਹਦੇ ਤੋਂ ਲਾਓ। ਕੁਲਬੀਰ ਜੀਰਾ ਹੋਣੀ ਵੀ ਇਹ ਗੱਲ ਕਹਿ ਰਹੇ ਨੇ। ਵਰਿੰਦਰਮੀਤ ਸਿੰਘ ਪਾੜਾ ਕੀ ਕਹਿੰਦੇ ਨੇ? ਕਰਤਾਰਪੁਰ ਕੋਰੀਡੋਰ ਖੁੱਲ੍ਹਣ ਵਾਸਤੇ ਲੰਬੇ ਸਮੇਂ ਤੋਂ ਅਰਦਾਸਾਂ ਹੋ ਰਹੀਆਂ ਸੀ। ਕਰਤਾਰਪੁਰ ਕੋਰੀਡੋਰ ਖੁੱਲ੍ਹ ਗਿਆ, ਉਸ ਤੋਂ ਬਾਅਦ ਹੁਣ ਲੰਬੇ ਸਮੇਂ ਤੋਂ ਬੰਦ ਹੈ ਡਿਊ ਟੂ ਕੋਵਿਡ। ਔਰ ਕੀ ਕਹੋਗੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਲੈਟਰ ਲਿਖਿਆ, ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਵੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ। ਪਾਕਿਸਤਾਨ ਗਵਰਨਮੈਂਟ ਨਾਲ ਗੱਲ ਕਰਕੇ ਉਹਨੂੰ ਲਾਂਘਾ ਜਲਦੀ ਤੋਂ ਜਲਦੀ ਖੁਲਵਾਉਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਔਰ ਉਸ ਤੋਂ ਬਾਅਦ ਨਵੀਂ ਡਿਵੈਲਪਮੈਂਟਸ ਹੋ ਰਹੀਆਂ ਨੇ ਔਰ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮਿਲੇ। ਉਹਨਾਂ ਨੇ ਕੁਝ ਪੁਆਇੰਟਸ ਦਿੱਤੇ ਜਿਹੜੇ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ 18 ਨੁਕਾਤੀ ਜੋ ਪੁਆਇੰਟਸ ਨੋਟ ਕਰਵਾਏ ਸੀਗੇ ਉਹਨਾਂ ਨੂੰ ਲੈ ਕੇ ਵੀ ਚਰਚਾ ਹੋਈ ਔਰ ਉਹਨਾਂ ਦੇ ਵਿੱਚੋਂ ਕੁਝ ਪੁਆਇੰਟਸ ਦਿੱਤੇ ਜਿਹੜੇ ਕਿ ਪ੍ਰਾਇੋਰਟੀ ਤੇ ਕੰਮ ਹੋਣਾ ਚਾਹੀਦਾ। ਸਾਡੇ ਨਾਲ ਮੌਜੂਦ ਨੇ ਐਮਐਲਏ ਵਰਿੰਦਰਮੀਤ ਸਿੰਘ ਪਾੜਾ ਜੀ। ਗੱਲਬਾਤ ਕਰਦੇ ਹਾਂ। ਪਾੜਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ, ਹੁਣ तमाम ਚੀਜ਼ਾਂ ਤੇ ਕੰਮ ਹੁੰਦਾ ਹੋਇਆ ਨਜ਼ਰ ਆਏਗਾ? ਕਿਉਂਕਿ ਹਾਈ ਕਮਾਂਡ ਨੇ ਜਿਹੜੇ ਪੁਆਇੰਟਸ ਨੋਟ ਕਰਾਏ ਸੀ ਕਿ 18 ਇਹਨਾਂ ਪੁਆਇੰਟਸ ਤੇ ਕੰਮ ਪ੍ਰਾਇੋਰਟੀ ਤੇ ਕੀਤਾ ਜਾਵੇ। ਸਿੱਧੂ ਹੁਣਾਂ ਨੇ ਵੀ ਉਹੀ ਪੁਆਇੰਟ ਉਹਨਾਂ ਦੇ ਵਿੱਚੋਂ ਕੁਝ ਚੁਣ ਕੇ ਪੁਆਇੰਟਸ ਦਿੱਤੇ ਨੇ ਕਿ ਇਹਨਾਂ ਤੇ ਪ੍ਰਾਇੋਰਟੀ ਨਾਲ ਕੰਮ ਕੀਤਾ ਜਾਵੇ 2022 'ਚ ਜੇ ਅਸੀਂ ਇਲੈਕਸ਼ਨ ਜਾਣਾ ਤਾਂ। ਦੇਖੋ, ਸਿੱਧੂ ਸਾਹਿਬ ਪਹਿਲੇ ਸ਼ੁਰੂ ਤੋਂ ਹੀ ਮੁੱਦੇ ਚੱਕਦੇ ਰਹੇ ਨੇ। ਹੋਰ ਵੀ ਲੋਕ ਸਾਡੇ ਸੀਨੀਅਰ ਵਿਧਾਇਕ ਰੰਧਾਵਾ ਸਾਹਿਬ, ਤ੍ਰਿਪਤ ਬਾਜਵਾ ਜੀ ਔਰ ਨੌਜਵਾਨ ਐਮਐਲਏ ਵੀ ਮੁੱਦੇ ਕਈ ਚੱਕਦੇ ਰਹੇ ਆ। ਬਟ ਕਿਤੇ ਨਾ ਕਿਤੇ ਜਦੋਂ ਸਿੱਧੂ ਸਾਹਿਬ ਮੁੱਦੇ ਚੱਕਦੇ ਸੀ, ਬੀਇੰਗ ਐਮਐਲਏ ਚੱਕਦੇ ਸੀ, ਅੱਜ ਉਹ ਕਾਂਗਰਸ ਪਾਰਟੀ ਦੇ ਅਗਵਾਈ ਕਰ ਰਹੇ ਆ, ਪ੍ਰਧਾਨ ਨੇ ਪਾਰਟੀ ਦੇ, ਅਤੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਜਿਹੜੀ ਮੋਢਿਆਂ 'ਤੇ ਪਈ ਹੈ, ਉਹਨਾਂ ਨੂੰ ਉਹਦੇ ਫਰੂਟਫੁਲ ਰਿਜ਼ਲਟ ਵੀ ਲੋਕਾਂ ਨੂੰ ਸਾਨੂੰ ਦੇਣੇ ਪੈਣਗੇ। ਸਿਰਫ ਇੱਕ ਚੈਨਲ ਦੇ ਅੱਗੇ ਬਹਿ ਕੇ ਅਸੀਂ ਇਹ ਗੱਲਾਂ ਕਰ ਜਾਈਏ ਕਿ ਹਾਂ ਅਸੀਂ ਇਹ ਮੁੱਦੇ ਚੱਕੇ ਆ, ਬਟ ਵੀ ਨੀਡ ਟੂ ਡੂ ਸਮਥਿੰਗ ਔਨ ਦਿਸ ਇਸ਼ੂਜ਼। ਔਰ ਅਸੀਂ ਇਹਨਾਂ ਇਸ਼ੂਜ਼ ਦੇ ਉੱਤੇ ਸਿੱਧੂ ਸਾਹਿਬ ਔਰ ਸਾਡੀ ਹਾਈ ਕਮਾਂਡ ਦਿੱਲੀ ਵਾਲੀ ਜਿਹੜੇ ਆ ਉਹਨਾਂ ਨੇ ਪੂਰਾ ਇਹਦੇ ਉੱਤੇ ਟਾਈਮ ਟੂ ਟਾਈਮ ਸਾਰਾ ਰਿਵਿਊ ਕਰ ਰਹੇ ਨੇ ਔਰ ਜਿਹੜੇ ਏਜੰਡੇ ਨੇ ਉਹਦੇ 'ਚ ਗਵਰਨਮੈਂਟ ਅਤੇ ਸੰਗਠਨ ਦੋਨੋਂ ਰਲ ਕੇ ਜਿਹੜੇ ਆ ਉਹ ਕੰਮ ਕਰ ਰਹੇ ਆ। ਅਤੇ ਜਦੋਂ ਔਰਗਨਾਈਜੇਸ਼ਨ ਅਤੇ ਗਵਰਨਮੈਂਟ ਇਕੱਠੇ ਰਲ ਕੇ ਕੰਮ ਕਰਨਗੇ, ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਉਹਦੇ ਪੋਜ਼ੀਟਿਵ ਰਿਜ਼ਲਟ ਮਿਲਣਗੇ। ਇਹ ਐਗਰੀਮੈਂਟ ਦਾ ਮੁੱਦਾ ਸਦਾ ਹੀ ਚਰਚਾ ਦੇ ਵਿੱਚ ਰਿਹਾ ਔਰ ਇਸ 'ਤੇ ਕੰਮ ਹੁੰਦਾ ਨਜ਼ਰ ਆਊਗਾ ਕਿਉਂਕਿ ਹੁਣ ਜੋ ਐਗਰੀਮੈਂਟ ਸੀ ਰੱਦ ਹੋਣ ਦੀ ਗੱਲ ਕੀਤੀ ਹੈ। ਦੇਖੋ, ਜਿਹੜੇ ਪਾਵਰ ਪਰਚੇਜ਼ ਐਗਰੀਮੈਂਟਸ ਨੇ ਇਹ ਅਕਾਲੀ ਬੀਜੇਪੀ ਗਵਰਨਮੈਂਟ 'ਚ ਹੋਏ ਨੇ ਔਰ ਇਹ ਵਨ ਸਾਈਡਡ ਐਗਰੀਮੈਂਟਸ ਨੇ ਜਿਨ੍ਹਾਂ ਨੇ ਪੰਜਾਬ ਦੇ ਪੂਰੇ ਸੂਬੇ ਲਈ ਬੜੀ ਤਬਾਹੀ ਲਿਆ ਕੇ ਖੜੀ ਕਰ ਦਿੱਤੀ ਹੈ। ਇਕੱਲਾ ਇਹ ਨਹੀਂ ਹੈ ਕਿ ਲੋਕਾਂ ਨੂੰ ਬਿਜਲੀ ਦੇ ਬਿੱਲ ਬਹੁਤ ਜਿਹੜੇ ਹਾਈ ਰੇਟਸ 'ਤੇ ਯੂਨਿਟ ਮਿਲ ਰਹੇ ਨੇ, ਉਹ ਇੱਕ ਇਸ਼ੂ ਆ। ਇਹਦੇ ਨਾਲ ਇਸ ਤੋਂ ਜਿਹੜਾ ਵੱਡਾ ਇਸ਼ੂ ਇਹ ਹੈ ਕਿ ਸਾਡਾ ਜਿਹੜਾ ਇੰਡਸਟਰੀ ਸੈਕਟਰ ਆ ਉਹ ਪੰਜਾਬ 'ਚੋਂ ਤਬਾਹ ਹੋ ਗਿਆ। ਇਕੋਨਮੀ ਜਿਹੜੀ ਸਾਡੀ ਪੰਜਾਬ ਦੀ ਪਹਿਲਾਂ ਹੀ ਡੁੱਬੀ ਹੋਈ ਆ, ਜਿਹਦੇ 'ਤੇ 2 ਲੱਖ ਕਰੋੜ ਦਾ ਕਰਜ਼ਾ ਕਾਲੀ ਚਾੜ੍ਹ ਕੇ ਗਏ ਸੀ। ਅੱਜ ਇਹਨਾਂ ਦੇ ਗਲਤ ਨਿਰਣੇ ਜਿਹੜੇ ਇਹਨਾਂ ਆਪਣੀ ਗਵਰਨਮੈਂਟ 'ਚ ਲਏ ਨੇ ਉਹਦੇ ਕਰਕੇ ਸਾਡਾ ਸਾਰਾ ਪੰਜਾਬ ਸੂਬਾ ਬੈਕਫੁੱਟ 'ਤੇ ਚਲਾ ਗਿਆ। ਇੰਡਸਟਰੀ ਜਿਹੜੀ ਹੈ ਇੱਥੋਂ ਵਾਸ਼ ਆਊਟ ਹੋ ਗਈ ਪੰਜਾਬ 'ਚੋਂ। ਨਵੀਂ ਇੰਡਸਟਰੀ ਜਿਹੜੀ ਆ ਪੰਜਾਬ ਵੱਲ ਮੂੰਹ ਨਹੀਂ ਕਰ ਰਹੀ। ਉਹਦਾ ਕਾਰਨ ਇਹੀ ਹੈ ਕਿ ਸਹੀ ਇਲੈਕਟ੍ਰੀਸਿਟੀ ਦੇ ਜਿਹੜੇ ਬਿੱਲ ਨੇ ਉਹ ਕਾਫੀ ਹਾਈ ਰੇਟਸ ਦੇ ਉੱਤੇ ਅਕਾਲੀ ਅਤੇ ਬੀਜੇਪੀ ਗਵਰਨਮੈਂਟ ਨੇ ਜਿਹੜੇ ਦਿੱਤੇ ਆ। ਉਹਦੇ 'ਤੇ ਜਿੱਥੇ ਰੱਦ ਤੇ ਹੋਣੇ ਚਾਹੀਦੇ ਆ, ਇਹਦੇ 'ਚ ਮੌਂਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਨੇ ਵੀ ਰਿਕਮੈਂਡੇਸ਼ਨ ਕੀਤੀ ਆ ਔਰ ਸਾਡੇ ਸੰਗਠਨ ਦੇ ਸਾਰੇ ਲੋਕ ਹੀ ਇਸ ਗੱਲ ਨੂੰ ਡੇ 1 ਤੋਂ ਅਸੀਂ ਰੌਲਾ ਪਾ ਰਹੇ ਹਾਂ ਕਿ ਇਹ ਰੱਦ ਹੋਣੇ ਚਾਹੀਦੇ। ਜਿੱਥੇ ਰੱਦ ਹੋ ਕੇ ਤੇ ਇਹਦੇ ਨਾਲ ਦੀ ਨਾਲ ਜ਼ਿੰਮੇਵਾਰੀ ਫਿਕਸ ਕਰਨੀ ਪਊਗੀ ਸਾਨੂੰ। ਇਹ ਨਹੀਂ ਹੈ ਕਿ ਵੀ ਆਰ ਅਕਾਊਂਟੇਬਲ ਟੂ ਦਾ ਪਬਲਿਕ ਆਫ ਪੰਜਾਬ। ਚਾਹੇ ਉਹ ਕਿਸੇ ਗਵਰਨਮੈਂਟ 'ਚ ਵੀ ਕੋਈ ਗਲਤ ਕੰਮ ਹੁੰਦਾ, ਉਹ ਜਿਹੜੀ ਗਵਰਨਮੈਂਟ ਉਸ ਵੇਲੇ ਕੰਮ ਕਰ ਰਹੀ ਸੀ, ਹੀ ਇਜ਼ ਅਕਾਊਂਟੇਬਲ ਟੂ ਦਾ ਪਬਲਿਕ ਆਫ ਪੰਜਾਬ। ਉਹਦੇ 'ਚ ਕੈਪਟਨ ਆਪਣੇ ਜਿਹੜੇ ਸਾਡੇ ਉਸ ਸਮੇਂ ਦੇ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ ਜੀ ਅਤੇ ਸਾਡੇ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਜੀ, ਜਿਨ੍ਹਾਂ ਦੀ ਟਰਮ ਦੇ ਵਿੱਚ ਇਹ ਪਾਵਰ ਪਰਚੇਜ਼ ਐਗਰੀਮੈਂਟਸ ਹੋਏ ਨੇ। ਬੜੀ ਮੈਨੂੰ ਬਦਕਿਸਮਤੀ ਲੱਗਦੀ ਹੈ ਪੰਜਾਬ ਦੇ ਲੋਕਾਂ ਦੀ। ਮੈਂ ਕਹਿ ਸਕਦਾ ਜਦੋਂ ਸਾਡੇ ਵਰਗੇ ਜਿਹੇ ਲੀਡਰ ਇੱਕ ਚੰਗੀਆਂ ਪੋਸਟਾਂ 'ਤੇ ਬਹਿ ਕੇ ਤੇ ਬਿਆਨ ਦੇਣ ਕਿ ਜੇ ਅਸੀਂ ਇਹਦੇ 'ਚ ਕੋਈ ਗਲਤ ਕੀਤਾ ਤਾਂ ਸਾਨੂੰ ਫੜ ਕੇ ਅੰਦਰ ਦਿੱਤਾ ਜਾਵੇ। ਫੜ ਕੇ ਅੰਦਰ ਦੇਣ ਦੀ ਗੱਲ ਨਹੀਂ ਹੈ। ਜੇ ਕੋਈ ਮੈਂ ਕਿਸੇ ਚੇਅਰ 'ਤੇ ਬੈਠਾ, ਜੇ ਮੇਰੀ ਚੇਅਰ ਦੇ ਥੱਲੇ ਕੋਈ ਗਲਤ ਕੰਮ ਹੁੰਦਾ ਤਾਂ ਆਈ ਐਮ ਰਿਸਪੋਂਸੀਬਲ ਫॉर दैट ਐਕਟ। ਅਤੇ ਇਹਦੇ 'ਚ ਸੁਖਬੀਰ ਸਿੰਘ ਬਾਦਲ ਰਿਸਪੋਂਸੀਬਲ ਹੈ।
ਹੀ ਇਜ਼ ਲੀਡਿੰਗ ਦਾ ਸਟੇਟ ਐਟ that ਟਾਈਮ। ਉਹਨਾਂ ਦੇ ਹੁੰਦਿਆਂ ਇਹ PPA ਐਗਰੀਮੈਂਟਸ ਜਿਹੜੇ ਹੋਏ ਨੇ, ਜਿੱਥੇ ਰਿਜੈਕਟ ਕਰਦੇ ਉੱਥੇ ਮੈਂ ਡਿਮਾਂਡ ਕਰਦਾ ਕੈਪਟਨ ਅਮਰਿੰਦਰ ਸਿੰਘ ਜੀ ਕੋ 3 ਮੈਂਬਰੀ ਕਮੇਟੀ ਬਣਾਈ ਜਾਏ ਸੀਨੀਅਰਸ ਦੀ, ਜਾਂ ਉਹਦੇ 'ਚ ਵਿਧਾਇਕ ਪਾਏ ਜਾਣ ਔਰ ਇਹਦੇ 'ਤੇ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜਿਹੜੇ ਲੋਕਾਂ ਦੇ ਸਮੇਂ ਦੇ ਦੌਰਾਨ ਇਹ ਐਗਰੀਮੈਂਟਸ ਹੋਏ ਨੇ, ਚਾਹੇ ਉਹ ਪੋਲੀਟੀਕਲ ਜਿਹੜੇ ਵੀ ਲੀਡਰ ਇਸ ਰਿਸਪੌਂਸੀਬਲ ਸੀ, ਚਾਹੇ ਆਫੀਸਰ ਰਿਸਪੌਂਸੀਬਲ ਸੀਗੇ, ਉਹਨਾਂ ਦੇ ਉੱਤੇ ਐਕਸ਼ਨ ਲੈਣਾ ਨਾਲ ਦੀ ਨਾਲ ਬਣਦਾ ਹੈ। ਜਿੱਥੇ ਆਪਾਂ ਲੋਕਾਂ ਨੂੰ ਐਗਰੀਮੈਂਟਸ ਰਿਜੈਕਟ ਕਰਕੇ, ਕੈਂਸਲ ਕਰਕੇ, ਕੰਟਰੋਵਰਸ਼ੀਅਲ ਜਿਹੜੇ PPA ਐਗਰੀਮੈਂਟਸ ਨੇ ਲੋਕਾਂ ਨੂੰ ਰਿਲੀਫ ਦੇਣੀ ਹੈ, ਉੱਥੇ ਨਾਲ ਦੀ ਨਾਲ ਜ਼ਿੰਮੇਵਾਰੀ ਵੀ ਫਿਕਸ ਕਰਨੀ ਬਣੂਗੀ ਕਿ ਜਿਨ੍ਹਾਂ ਲੋਕਾਂ ਦੇ ਦੌਰਾਨ ਇਹ ਗਲਤ ਹੋਇਆ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਏ। ਪਾੜਾ ਸਾਹਿਬ, ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਅਚਾਨਕ ਗਵਰਨਮੈਂਟ ਐਕਟਿਵ ਹੁੰਦੀ ਹੈ। ਉਸ ਤੋਂ ਪਹਿਲਾਂ ਹਾਈ ਕਮਾਨ ਨੇ ਵੀ ਇਹ ਕਿਹਾ ਸੀ ਕਿ ਇਹਨਾਂ ਚੀਜ਼ਾਂ ਦੇ ਉੱਪਰ ਵਰਕ ਕੀਤਾ ਜਾਵੇ। ਇਹ ਚੀਜ਼ਾਂ ਤਾਂ ਪਹਿਲਾਂ ਵੀ ਹੋ ਸਕਦੀਆਂ ਸੀ। ਫਿਰ ਦੇਖੋ, ਕਿਤੇ ਨਾ ਕਿਤੇ ਜਿਹੜੇ ਜਿਵੇਂ ਇੱਕ ਕਮੇਟੀ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਬਣਾਈ ਗਈ, ਉਹਨਾਂ ਦੀ ਰਿਪੋਰਟ ਪਹਿਲਾਂ ਮਾਰਚ 'ਚ ਆਉਣੀ ਸੀਗੀ, ਫਿਰ ਉਹ 30 ਜੂਨ ਨੂੰ ਜਿਹੜੀ ਉਹਨਾਂ ਦੀ ਰਿਪੋਰਟ ਆਈ ਆ। ਕੁਛ ਨਾ ਕੁਛ ਇਹੋ ਜਿਹੀਆਂ ਟੈਕਨੀਕਲ ਗੱਲਾਂ ਨੇ ਕਿ ਜਿਨ੍ਹਾਂ ਦੇ ਉੱਤੇ ਬੜੇ ਧਿਆਨ ਨਾਲ, ਸੰਜੀਦਗੀ ਨਾਲ ਕੰਮ ਕਰਨਾ ਪੈਂਦਾ। ਇਹ ਨਹੀਂ ਆ ਕਿ ਪਾਵਰ ਐਗਰੀਮੈਂਟਸ ਕਾਗਜ਼ 'ਤੇ ਲਿਖਿਆ ਤੇ ਫਾੜ ਤੇ ਕੈਂਸਲ ਹੋ ਗਏ। ਉਹਦੇ 'ਚ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਨੇ ਇਹੋ ਜਿਹੇ ਗਲਤ ਢੰਗ ਦੇ ਨਾਲ ਐਗਰੀਮੈਂਟਸ ਕੀਤੇ ਆ, ਜੇ ਤੁਸੀਂ ਇੱਕਦਮ ਉਹਨਾਂ ਨੂੰ ਅੱਜ ਹੀ ਰਿਜੈਕਟ ਕਰਦੇ ਹੋ ਤੇ ਉਹਦੇ ਨਾਲ ਦੀ ਨਾਲ ਹੀ ਪੰਜਾਬ 'ਚ ਹਨੇਰਾ ਛਾ ਜਾਊਗਾ। ਉਹਨਾਂ ਸਾਡੀ ਸਾਰ ਅਗ ਪੰਜਾਬ ਦੀ ਜਿਹੜੀ ਉਹਨਾਂ ਲੋਕਾਂ ਦੇ ਹੱਥ 'ਚ ਫੜਾਈ ਹੋਈ ਆ। ਬਟ ਦੈਨ ਆਲਸੋ ਜਿਹੜੀ ਹੁਣ ਰਿਕਮੈਂਡੇਸ਼ਨ ਕਮੇਟੀ ਨੇ ਕੀਤੀ ਆ, ਚਾਹੇ ਕਿਸੇ ਨੇ ਵੀ ਕਿਹਾ, ਅਸੀਂ ਉਹਨੂੰ ਹੁਣ ਚੰਗੀ ਢੰਗ ਦੇ ਨਾਲ, ਚਾਹੇ ਵਿਧਾਨ ਸਭਾ ਦੇ ਵਿੱਚ ਲਿਆ ਕੇ ਇਹਨੂੰ ਰਿਜੈਕਟ ਕਰਨਾ ਪਵੇ, ਉਹਦੇ ਲਈ ਸਾਨੂੰ ਸਟੇਟ ਗਵਰਨਮੈਂਟ ਨੂੰ, PSPCL ਨੂੰ ਪਹਿਲੇ ਤਿਆਰੀ ਕਰਨੀ ਪਊਗੀ ਕਿ ਜੇ ਇਸ ਤਰ੍ਹਾਂ ਦਾ ਅਸੀਂ ਸਟੈਪ ਚੱਕਦੇ ਹਾਂ ਤੇ ਉਹਦੇ ਵਾਸਤੇ ਜਿਹੜੀ ਆ ਇਲੈਕਟ੍ਰਿਸਿਟੀ ਪ੍ਰੋਵਾਈਡ ਜਿਹੜੀ ਇੰਡਸਟਰੀ ਨੂੰ ਜਾਂ ਹੋਰ ਕਿੱਤਿਆਂ ਨੂੰ ਜਿਹੜੀ ਦੇਣੀ ਆ, ਉਹ ਕਿੱਥੋਂ ਦੇਣੀ ਆ, ਉਹਦੇ ਅਰੇਂਜਮੈਂਟਸ ਕਰਨ ਤੋਂ ਬਾਅਦ ਇਹ ਜਿਹੜਾ ਐਕਸ਼ਨ ਜਿਹੜਾ ਲਿਆ ਜਾਊਗਾ। ਸੁਨੀਲ ਜਾਖੜ ਹੁਣਾਂ ਨੇ ਚਿੱਠੀ ਲਿਖੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ, ਔਰ ਮੰਤਰੀ ਨੇ ਰਾਣਾ ਸੋਢੀ ਹੁਣੀ, ਉਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਹੈ। ਦਵਿੰਦਰ ਘੁਬਾਇਆ ਹੁਣਾਂ ਨੇ ਵੀ ਇਹ ਗੱਲ ਕਹੀ ਕਿ ਜਿਹੜੇ ਭ੍ਰਸ਼ਟ ਨੇ, ਕਰਪਟ ਨੇ, ਉਹਨਾਂ ਨੂੰ ਉਹਦੇ ਤੋਂ ਲਾਓ। ਕੁਲਵੀਰ ਜੀਰਾ ਹੁਣੀ ਵੀ ਇਹ ਗੱਲ ਕਹਿ ਰਹੇ ਨੇ। ਵਰਿੰਦਰਮੀਤ ਸਿੰਘ ਪਾੜਾ ਕੀ ਕਹਿੰਦੇ ਨੇ? ਦੇਖੋ, ਮੈਂ ਇਹ ਸਮਝਦਾ ਕਿ ਕਾਫੀ ਵਿਧਾਇਕਾਂ ਨੇ ਜਿਹੜੀ ਉਂਗਲੀ ਚੁੱਕੀ ਆ, ਤੇ ਜਦੋਂ ਪਾਰਟੀ ਦੇ ਬੜੇ ਸੀਨੀਅਰ ਸੁਨੀਲ ਜਾਖੜ ਜੀ ਨੇ ਚਿੱਠੀ ਲਿਖੀ ਆ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਸਜਾਈ ਹੈਗੀ ਆ ਤੇ ਚਿੱਠੀ ਲਿਖੀ ਗਈ ਆ। ਮੈਂ ਸੋਢੀ ਸਾਹਿਬ ਦਾ ਬਿਆਨ ਵੀ ਕੱਲ੍ਹ ਦੇਖ ਰਿਹਾ ਸੀਗਾ ਕਿ ਸਰਕਾਰ ਤੇ ਇੱਕ ਵਾਰੀ ਮੁਆਵਜ਼ਾ ਨਹੀਂ ਦਿੰਦੀ ਤੇ ਦੂਜੀ ਵਾਰੀ ਕੌਣ ਦਿੰਦਾ, ਔਰ ਬਰਸਾਤ ਦੇ ਸਮੇਂ ਦੇ ਵਿੱਚ ਕਈ ਕੁਛ ਨਿਕਲਦਾ। ਬਟ ਇਹੋ ਜਿਹੀ ਲੈਂਗੁਏਜ ਸੋਢੀ ਸਾਹਿਬ ਨੂੰ ਵੀ ਮੇਰੇ ਹਿਸਾਬ ਨਾਲ ਸ਼ੋਭਾ ਨਹੀਂ ਦਿੰਦੀ। ਬਟ ਜੇ ਮੈਂ ਚਾਹੁੰਦਾ ਕਿ ਜੇ ਮੈਂ ਸੋਢੀ ਸਾਹਿਬ ਦੀ ਜਗ੍ਹਾ ਹੁੰਦਾ ਤੇ ਅਸਤੀਫਾ ਹੱਥ 'ਤੇ ਰੱਖ ਕੇ ਲੈ ਕੇ ਜਾਂਦਾ ਵੀ ਆਹ ਮੇਰਾ ਪਿਆ ਅਸਤੀਫਾ, 10 ਦਿਨਾਂ 'ਚ ਟਾਈਮ ਬਾਉਂਡ ਕਰਕੇ ਇਨਕੁਆਇਰੀ ਕਰੋ, ਤੇ ਮੈਂ ਜੇ ਠੀਕ ਪਾਇਆ ਗਿਆ ਤੇ ਫਿਰ ਮਿਨਿਸਟਰ ਲਾ ਦਿਓ, ਨਹੀਂ ਤੇ ਫਿਰ ਆਪਦੇ ਘਰ ਨੂੰ ਜਾਈਏ। ਚਾਹੇ ਉਹ ਪਾੜਾ ਹੋਵੇ, ਚਾਹੇ ਕੋਈ ਹੋਵੇ, ਜਿਹੜਾ ਜਿੱਥੇ ਕਿਸੇ ਦੀ ਕੋਈ ਉਹੋ ਜਿਹੀ ਗੱਲ ਆਉਂਦੀ ਆ, ਉੱਥੇ ਸਾਡਾ ਆਪਣੇ ਕੀ ਨਾਂ ਉਹਨਾਂ ਦਾ, ਰਾਣਾ ਗੁਰਜੀਤ ਸਿੰਘ ਜਿਹੜੇ ਸੀਗੇ, ਉਹਨਾਂ 'ਤੇ ਮਾੜੀ ਜਿਹੀ ਉਂਗਲ ਚੱਕੀ ਸੀ ਤੇ ਉਹਨਾਂ ਨੂੰ ਮਿਨਿਸਟਰੀ ਉਹਨਾਂ ਨੇ ਛੱਡਤੀ ਸੀਗੀ। ਜੇ ਇਹਨਾਂ 'ਤੇ ਕਿਸੇ ਨੇ ਉਂਗਲ ਚੁੱਕੀ ਹੈ, ਸੀਨੀਅਰ ਲੀਡਰ ਨੇ ਸਾਡੇ ਜਾਖੜ ਸਾਹਿਬ ਤੇ ਬਾਕੀ ਵਿਧਾਇਕ ਵੀ, ਉਹਨਾਂ ਉਂਗਲ ਚੱਕੀ ਹੈ, ਤੇ ਮੇਰੇ ਖਿਆਲ ਨਾਲ ਰਿਸਪੌਂਸਿਬਿਲਿਟੀ ਆਪਣੀ ਬਣਦੀ ਆ ਕਿ ਅਸੀਂ ਆਪ ਦਾ ਹੱਥ 'ਤੇ ਅਸਤੀਫਾ ਲੈ ਕੇ ਰੱਖੀਏ। ਭਾਈ ਆਹ ਪਿਆ ਅਸਤੀਫਾ, ਪਹਿਲਾਂ ਮੇਰੀ ਇਨਕੁਆਇਰੀ ਕਰੋ ਟਾਈਮ ਬਾਉਂਡ ਕਰਕੇ, ਜੇ ਮੈਂ ਉਹਦੇ 'ਚ ਦੋਸ਼ੀ ਪਾਇਆ ਜਾਂਦਾ ਤੇ ਮੇਰੇ 'ਤੇ ਕਾਰਵਾਈ ਕਰੋ, ਜੇ ਨਹੀਂ ਪਾਇਆ ਜਾਂਦਾ ਤੇ ਇਹ ਬਿਆਨਬਾਜ਼ੀ ਸਾਰੇ ਵਿਧਾਇਕ ਜਿਹੜੇ ਬੰਦ ਕਰਨ। ਦਵਿੰਦਰ ਘੁਬਾਇਆ ਦੇ ਬਿਆਨ ਤੋਂ ਬਾਅਦ ਜਦੋਂ ਸੋਢੀ ਸਾਹਿਬ ਨੂੰ ਪੁੱਛਿਆ ਗਿਆ ਕਿ ਸੋਢੀ ਸਾਹਿਬ, ਦਵਿੰਦਰ ਘੁਬਾਇਆ MLA ਨੇ ਤੁਹਾਡੀ ਹੀ ਪਾਰਟੀ ਦੇ, ਉਹ ਇਹ ਗੱਲ ਕਹਿ ਰਹੇ ਨੇ ਕਿ ਤੁਹਾਨੂੰ ਲਾਉਣਾ ਚਾਹੀਦਾ, ਕੀ ਕਹੋਗੇ? ਉਹ ਕਹਿੰਦੇ ਦਵਿੰਦਰ ਘੁਬਾਇਆ ਕੌਣ ਆ, ਮੈਂ ਤਾਂ ਜਾਣਦਾ ਹੀ ਨਹੀਂ। ਨਾਲੇ ਉਹਨਾਂ ਨੇ ਕਿਹਾ ਕਿ ਬਰਸਾਤੀ ਮੌਸਮ ਹੈ, ਕੀੜੇ ਮਕੌੜੇ ਨਿਕਲ ਆਉਂਦੇ ਆ। ਇਹੋ ਜਿਹੇ ਬਿਆਨਬਾਜ਼ੀਆਂ ਜਿੱਦਾਂ ਤੁਸੀਂ ਗੱਲ ਤੇ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਆਪਣੀ ਜਿਹੜੀ ਲੈਂਗੁਏਜ ਆ ਉਹਦੇ 'ਤੇ ਹਮੇਸ਼ਾ ਬੰਦੇ ਦਾ ਕੰਟਰੋਲ ਹੋਣਾ ਚਾਹੀਦਾ। ਮੈਂ ਕੱਲ ਸੁਣੀ ਸੀ ਉਹ ਭਾਸ਼ਾ ਜਿਹੜੀ ਉਹਨਾਂ ਨੇ ਵਰਤੀ, ਤੇ ਮੇਰੇ ਖਿਆਲ ਨਾਲ ਜੇ ਦਵਿੰਦਰ ਘੁਬਾਇਆ MLA ਆ, ਇਹ ਵੀ MLA ਨੇ, ਜੇ ਕੋਈ ਥਾਣੇ ਦਾ SHO ਲੱਗਦਾ ਤੇ ਉਹਦਾ ਡੈਜ਼ਿਗਨੇਸ਼ਨ ਪਿੱਛੇ ਇੰਸਪੈਕਟਰ ਹੁੰਦਾ, SHO ਕੋਈ ਪੋਸਟ ਨਹੀਂ ਆ। ਜੇ ਕੋਈ SSP ਲੱਗਦਾ ਤੇ ਉਹਦਾ ਡੈਜ਼ਿਗਨੇਸ਼ਨ SP ਹੁੰਦਾ, ਉਹ ਪੋਸਟ ਨਹੀਂ ਆ। ਜੇ ਕੋਈ ਰਾਣਾ ਸੋਢੀ ਜੀ ਮਿਨਿਸਟਰ ਲੱਗੇ ਆ ਤੇ ਉਹ ਪੋਸਟ ਨਹੀਂ ਆ, ਉਹ ਪਾਰਟੀ ਨੇ ਇੱਕ ਰਿਸਪੌਂਸਿਬਿਲਿਟੀ ਦਿੱਤੀ ਹੈ। ਹੀ ਇਜ਼ ਅ ਲੈਜਿਸਲੇਟਿਵ ਮੈਂਬਰ ਜਸਟ ਲਾਈਕ ਅਸ ਐਂਡ ਦਵਿੰਦਰ ਘੁਬਾਇਆ। ਤੇ ਜੇ ਕੀੜਾ ਮਕੌੜੇ ਦਵਿੰਦਰ ਘੁਬਾਇਆ ਤੇ ਹੋਰ ਲੋਕਾਂ ਨੂੰ ਕਹਿ ਰਿਹਾ ਤੇ ਹੀ ਇਜ਼ ਆਲਸੋ ਇਨਵੋਲਵਡ ਇਨ ਦੈਟ ਕੈਟੇਗਰੀ। ਸੋ ਮੈਂ ਇਸ ਚੀਜ਼ 'ਚ ਪੈਣਾ ਨਹੀਂ ਚਾਹੁੰਦਾ, ਇਸ ਗੱਲ ਨੂੰ ਨਾ ਛੇੜੀਏ। ਜੇ ਉਹਨਾਂ 'ਤੇ ਕਿਸੇ ਨੇ ਉਂਗਲ ਚੱਕੀ ਹੈ ਤੇ ਇਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਜਾਂ ਉਸ ਦੀ ਗੱਲ 'ਤੇ ਆਪ ਦੀ ਸਫਾਈ ਦੇਣ ਕਿ ਆਹ ਡਾਕੂਮੈਂਟਸ ਨੇ ਬਾਈ, ਇਹਨੂੰ ਟਾਈਮ ਬਾਉਂਡ ਕਰਕੇ ਮੇਰੀ ਇਨਕੁਆਇਰੀ ਕਰਵਾਈ ਜਾਵੇ। ਜੇ ਮੈਂ ਠੀਕ ਹਾਂ ਤੇ ਇਹਨਾਂ ਦੇ ਬਿਆਨ ਬੰਦ ਕਰਾਏ ਜਾਣ, ਜੇ ਨਹੀਂ ਠੀਕ ਤਾਂ ਮੇਰੇ 'ਤੇ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਦੇ ਹਾਲਾਤ ਸੀ, ਹਾਲਾਤ ਸੁਧਰਦੇ ਨਜ਼ਰ ਆਉਣਗੇ? ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਸਾਰੇ ਕਾਂਗਰਸੀ ਇਕਜੁੱਟ ਹੁੰਦੇ ਹੋਣ ਨਜ਼ਰ ਆਉਣਗੇ? ਦੇਖੋ, ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਿੱਧੂ ਸਾਹਿਬ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਸੈਕਟਰੀਏਟ ਦੇ ਵਿੱਚ ਮੀਟਿੰਗ ਕੀਤੀ ਜਾਂਦੀ ਆ, ਉਸ ਤੋਂ ਬਾਅਦ ਆ ਪੋਜ਼ਿਟਿਵ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਆ। ਤੇ ਮੈਂ ਤਾਂ ਤੁਹਾਨੂੰ ਪਹਿਲੇ ਵੀ ਇਹ ਗੱਲ ਕਹੀ ਸੀ, ਪਾਰਟੀ, ਸੰਗਠਨ ਤੇ ਸਰਕਾਰ
ਮਿਲ ਕੇ ਜਦੋਂ ਕੰਮ ਕਰਦੀ ਆ ਉਦੋਂ ਪੋਜ਼ਿਟਿਵ ਰਿਜ਼ਲਟ ਆਉਂਦੇ ਨੇ। ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ। ਜਲਦੀ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਪੋਜ਼ਿਟਿਵ ਰਿਜ਼ਲਟ ਜਿਹੜੇ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲਣਗੇ। ਮੰਤਰੀ ਧਰਮਸੋਤ ਲਗਾਤਾਰ ਘਿਰੇ ਰਹਿੰਦੇ ਨੇ, ਵਿਵਾਦਾਂ ਦੇ ਨਾਲ ਵੈਸੇ ਵੀ ਨਾਤਾ ਰਿਹਾ ਧਰਮਸੋਤ ਸਾਹਿਬ ਦਾ, ਔਰ ਧਰਮਸੋਤ ਹੁਣਾਂ ਦੀ ਜੋ ਇਲਜ਼ਾਮ ਲੱਗ ਰਹੇ ਸੀ ਵਜ਼ੀਫਾ ਘੁਟਾਲੇ ਤੇ, ਉਹ ਸੀਬੀਆਈ ਇਨਕੁਆਇਰੀ ਮਾਰਕ ਹੋ ਗਈ ਹੈ, ਉਹਨਾਂ ਤੇ ਕੀ ਕਹੋਗੇ? ਦੇਖੋ, ਜੇ ਮੈਂ ਫੇਰ ਇਹ ਗੱਲ ਕਹਿਣਾ, ਚਾਹੇ ਉਹ ਪਾੜੇ ਤੇ ਇਨਕੁਆਇਰੀ ਮਾਰਕ ਹੋ ਜੇ, ਚਾਹੇ ਧਰਮਸੋਤ ਜੀ ਤੇ ਹੋ ਜੇ, ਜਾਂ ਕਿਸੇ ਹੋਰ ਤੇ ਹੋ ਜੇ ਕਿਸੇ ਨੇ ਕੋਈ ਗਲਤ ਕੀਤਾ ਤਾਂ ਉੱਤੇ ਕਾਰਵਾਈ ਹੋ ਜੂਗੀ, ਜੇ ਨਹੀਂ ਕੀਤਾ ਤਾਂ ਉਹ ਬਾਹਰ ਆ ਜਾਣਗੇ। ਇਹਦੇ ਤੇ ਜੋ ਕੋਈ ਗਲਤ ਕਰਦਾ, ਤੁਸੀਂ ਗਲਤ ਕਰੋਗੇ, ਤੁਹਾਡੇ ਤੇ ਕਾਰਵਾਈ ਬਣਦੀ ਹੈ। ਚਾਹੇ ਸੀਬੀਆਈ ਇਨਕੁਆਇਰੀ ਕਰੇ, ਚਾਹੇ ਈਡੀ ਕਰੇ, ਚਾਹੇ ਪੰਜਾਬ ਗਵਰਨਮੈਂਟ ਕਰੇ, ਜੇ ਕਿਸੇ ਨੇ ਕੁਝ ਗਲਤ ਕੀਤਾ ਉਹ ਭਾਈ ਸਾਹਮਣੇ ਲੋਕਾਂ ਦੇ ਆਉਣਾ ਹੀ ਆਉਣਾ। ਕਰਤਾਰਪੁਰ ਸਾਹਿਬ ਨੂੰ ਲੈ ਕੇ ਇੱਕ ਸਵਾਲ ਹੈ। ਕਰਤਾਰਪੁਰ ਕੋਰੀਡੋਰ ਖੁੱਲ੍ਹਣ ਵਾਸਤੇ ਲੰਬੇ ਸਮੇਂ ਤੋਂ ਅਰਦਾਸਾਂ ਹੋ ਰਹੀਆਂ ਸੀ, ਕਰਤਾਰਪੁਰ ਕੋਰੀਡੋਰ ਖੁੱਲ੍ਹ ਗਿਆ, ਉਸ ਤੋਂ ਬਾਅਦ ਹੁਣ ਲੰਬੇ ਸਮੇਂ ਤੋਂ ਬੰਦ ਹੈ ਡਿਊ ਟੂ ਕੋਵਿਡ। ਔਰ ਕੀ ਕਹੋਗੇ, ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਲੈਟਰ ਲਿਖਿਆ, ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਵੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ। ਤੁਹਾਡਾ ਹਲਕਾ ਉਸ ਬੰਨੇ, ਕੀ ਕਹੋਗੇ? ਦੇਖੋ, ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਸ ਸਮੇਂ ਖੁਲਵਾਇਆ ਗਿਆ ਸੀਗਾ, ਲੋਕਾਂ ਦੀਆਂ ਕਾਫੀ ਭਾਵਨਾਵਾਂ ਉੱਥੇ ਜੁੜੀਆਂ। ਬਾਬੇ ਨਾਨਕ ਜੀ ਨੇ ਉੱਥੇ ਖੇਤੀ ਕੀਤੀ ਆ, ਔਰ ਨਾਨਕ ਨਾਮ ਲੇਵਾ ਸੰਗਤਾਂ ਕਰੋੜਾਂ ਲੋਕ ਨੇ ਪੂਰੇ ਵਰਲਡ ਦੇ ਵਿੱਚ ਜਿਨ੍ਹਾਂ ਦੀਆਂ ਆਸਥਾ ਉੱਥੇ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਚਿੱਠੀ ਲਿਖੀ ਆ, ਹੋਰ ਵੀ ਲੋਕ ਚਾਹੁੰਦੇ ਨੇ, ਉਹ ਮੋਦੀ ਸਾਹਿਬ ਨੂੰ ਪ੍ਰਾਇਓਰਿਟੀ 'ਤੇ, ਕਿਉਂਕਿ ਕੋਵਿਡ ਦੀ ਵੀ ਸਥਿਤੀ ਜਿਹੜੀ ਆ ਹੁਣ ਅੰਡਰ ਕੰਟਰੋਲ ਹੈ, ਕਾਫੀ ਜ਼ਿਲ੍ਹਿਆਂ ਦੇ ਵਿੱਚ 0 ਜਿਹੜੇ ਕੇਸਿਸ ਆਏ ਨੇ। ਸੋ ਇਹਦੇ ਤੇ ਪ੍ਰਾਇਓਰਿਟੀ ਤੇ ਇਹਨੂੰ ਲੈ ਕੇ ਤੇ ਉਹਦੇ ਤੇ ਪਾਕਿਸਤਾਨ ਗਵਰਨਮੈਂਟ ਨਾਲ ਗੱਲ ਕਰਕੇ ਉਹਨੂੰ ਲਾਂਘਾ ਜਲਦੀ ਤੋਂ ਜਲਦੀ ਖੁਲਵਾਉਣਾ ਚਾਹੀਦਾ। ਆਖਰੀ ਸਵਾਲ ਹੈ ਮੇਰਾ, ਜਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜਿਆ ਸੀ 2017 ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪੂਰੇ ਕਰ ਦੋਗੇ ਜਾਂ ਥੋੜ੍ਹੇ ਬਹੁਤ ਰਹਿ ਜਾਣਗੇ, ਕੀ ਲੱਗਦਾ? ਦੇਖੋ, ਮੈਂ ਸਮਝਦਾ ਕਿ ਜਿੰਨੀ ਡਿਵੈਲਪਮੈਂਟ ਇਸ ਸਰਕਾਰ ਦੇ ਵਿੱਚ ਹੋਈ ਆ, ਕਿਸੇ ਗਵਰਨਮੈਂਟ 'ਚ ਨਹੀਂ ਹੋਈ। ਹਾਂ, ਜਿਹੜੇ ਕੋਈ ਇੰਪੋਰਟੈਂਟ ਇਸ਼ੂਜ਼ ਸੀਗੇ 2 4 5, ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣਾ ਸ਼ੁਰੂ ਹੋ ਗਿਆ, ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਔਰ ਉਹ ਕੰਮ ਕਰਕੇ ਅਸੀਂ ਜਿਹੜੇ ਪੰਜਾਬ ਦੇ ਲੋਕਾਂ ਕੋਲ ਵੋਟ ਮੰਗਾਂਗੇ। ਐਮਐਲਏ ਵਰਿੰਦਰਮੀਤ ਸਿੰਘ ਪਾੜਾ ਸਾਡੇ ਨਾਲ ਮੌਜੂਦ ਸਨ। ਪਾੜਾ ਸਾਹਿਬ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਕੰਮ ਪੂਰੇ ਹੁੰਦੇ ਹੋਏ ਨਜ਼ਰ ਆਉਣਗੇ, ਔਰ ਸਾਡੀ ਗਵਰਨਮੈਂਟ ਦੇ ਵਿੱਚ ਬਹੁਤ ਸਾਰੇ ਕੰਮ ਹੋਏ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੰਮ ਰਹਿ ਗਏ ਉਹ ਵੀ ਪੂਰੇ ਹੁੰਦੇ ਹੋਏ ਨਜ਼ਰ ਆਉਣਗੇ। ਨਾਲ ਹੀ ਰਾਣਾ ਸੋਢੀ ਹੁਣਾਂ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਉਹਨਾਂ ਤੇ ਇਲਜ਼ਾਮ ਲੱਗੇ ਨੇ, ਸੁਨੀਲ ਜਾਖੜ ਪਾਰਟੀ ਦੇ ਸੀਨੀਅਰ ਲੀਡਰ ਨੇ, ਇਲਜ਼ਾਮ ਲੱਗੇ ਨੇ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।